ਵਾਹਿਗੁਰੂ ਸਾਹਿਬ ਜੀ। ਪੌੜੀ। ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ, ਸੋਈ ਵਰਤੈ ਜਗ ਜੇ ਕੀਆ ਤੁਧ ਧੁਰੇ। ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆ, ਸ਼ਰਨ ਭਰੇ ਤੇਰੀ ਦਾਸ ਕਾਰਗਤ ਹੋਏ ਮੇਰੀਆ। ਤੇਰੇ ਹੱਥ ਨਿਧਾਨ ਭਾਵੈ ਤਿਸ ਦੇਹ, ਜਿਸਨੋ ਹੋਏ ਦਇਆਲ ਹਰ ਨਾਮ ਸੇ ਲੇਹ। ਅਗੰਮ ਅਗੋਚਰ ਬੇਅੰਤ ਅੰਤ ਨ ਪਾਈਐ, ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਗੂਜਰੀ ਕੀ ਵਾਰ ਦੀ ਪਾਵਨ ਵਿਚਾਰ, ਆਪ ਜੀ ਨੇ 11ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਦਰਜ ਨੇ, ਜਿਨ੍ਹਾਂ ਦੀ ਵਿਚਾਰ ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਕੀਤੀ ਹੈ। ਸੋ ਅੱਜ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਾਲਕ, ਜੋ ਕੁਝ ਤੂੰ ਰਚਿਆ ਹੋਇਆ ਏ ਇਹ ਤੈਨੂੰ ਹੀ ਫੱਬਦਾ ਏ। ਤੇਰਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਮਨੁੱਖ ਜੇ ਤੇਰੇ ਨਾਮ ਨੂੰ ਜਪੇ ਤੇ ਜਪਦਾ ਜਪਦਾ ਵਿਸਮਾਦ 'ਚ ਚਲਿਆ ਜਾਂਦਾ ਏ। ਜੇ ਅੰਤ ਪਾਉਣ ਵਾਲੇ ਪਾਸੇ ਤੁਰੇ ਤੇ ਪਰਮਾਤਮਾ ਦੀਆਂ ਦਾਤਾਂ ਦਾ ਜਾਂ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੋ ਇਹ ਅੱਜ ਦੀ ਪੌੜੀ ਦੀ ਅੰਤਰੀ ਭਾਵ ਵਿਚਾਰ ਹੈ। ਕੱਲ੍ਹ ਆਪਾਂ ਇਸ ਪਾਵਨ ਸ਼ਲੋਕ 'ਤੇ ਸਮਾਪਤੀ ਕੀਤੀ ਸੀ ਕਿ ਜਿਵੇਂ ਪਰਮਾਤਮਾ ਨੇ ਪਾਣੀ ਦੇ ਵਿੱਚ ਧਰਤੀ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ, ਲੱਕੜ ਦੇ ਵਿੱਚ ਅੱਗ ਰੱਖੀ ਹੋਈ ਹੈ। ਸਤਿਗੁਰੂ ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਪਰਮਾਤਮਾ ਨੇ ਸੰਸਾਰ ਦੇ ਵਿੱਚ ਆਪ ਲੁਕਿਆ ਹੋਇਆ ਹੈ। ਉਹਨੇ ਸਾਨੂੰ ਜੀਵਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਸੰਸਾਰ 'ਚ ਟਿਕਾਇਆ ਹੋਇਆ ਹੈ। ਤੂੰ ਘਬਰਾ ਨਾ। ਉਹ ਅਸੀਂ ਕੱਲ੍ਹ ਸ਼ਲੋਕ ਪੜ੍ਹਿਆ ਸੀ, ਜਿਵੇਂ ਵਸੰਦੀ ਪਾਣੀ ਹੈ ਈਂਧਨ ਰੱਖੈ ਪਾਹੇ, ਨਾਨਕ ਸੋ ਸ਼ੌ ਆਹੇ ਜਾ ਕੇ ਆਡਲ ਹੱਬ ਕੋ। ਉਹ ਕਹਿਣ ਲੱਗੇ ਉਹ ਮਾਲਕ ਉਹ ਖਸਮ ਹੈ ਹੀ ਇੱਦਾਂ ਦਾ, ਉਹਦੇ ਕੌਤਕ ਅਨੇਕਾਂ ਇੱਦਾਂ ਦੇ ਨੇ। ਸੋ ਇਹ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਆਡਲ ਦਾ ਅਰਥ ਕੀਤਾ ਸੀ ਆਸਰਾ। ਸਾਰੇ ਜੀਵ ਸਮੁੱਚੇ ਖੰਡ ਬ੍ਰਹਿਮੰਡ ਪਰਮਾਤਮਾ ਦੇ ਆਸਰੇ ਨੇ। ਤੇ ਮਨ ਦੇ ਵਿੱਚ ਇਹ ਸਵਾਲ ਆਵੇਗਾ ਕਿ ਜਿਹੜਾ ਕੰਟਰੋਲ ਪਰਮਾਤਮਾ ਕਰਦਾ ਹੈ ਜਾਂ ਸਮਾਜ ਨੂੰ ਜਾਂ ਖੰਡਾਂ ਬ੍ਰਹਿਮੰਡਾਂ ਨੂੰ ਪਰਮਾਤਮਾ ਚਲਾ ਰਿਹਾ ਹੈ, ਕੀ ਇਹਨੂੰ ਕੋਈ ਹੋਰ ਕੰਟਰੋਲ ਕਰ ਸਕਦਾ ਹੈ, ਕੋਈ ਹੋਰ ਚਲਾ ਸਕਦਾ ਹੈ? ਸੁਭਾਵਿਕ ਮਨ ਦੇ ਵਿੱਚ ਸਵਾਲ ਆ ਜਾਂਦਾ ਹੈ। ਜਿਵੇਂ ਕੁਝ ਸੰਸਥਾਵਾਂ ਚੱਲਦੀਆਂ ਨੇ, ਕੋਈ ਘਰ-ਬਾਰ ਚੱਲਦਾ ਹੈ, ਕੋਈ ਦੇਸ਼ ਚੱਲਦਾ ਹੈ, ਉਹਨੂੰ ਚਲਾਉਣ ਵਾਲਾ ਇੱਕ ਚਾਲਕ ਹੈ, ਉਹ ਤਬਦੀਲ ਹੋ ਜਾਂਦਾ ਹੈ। ਅਸੀਂ ਕਈ ਵਾਰੀ ਕੋਈ ਅਫਸਰ ਬਦਲ ਜਾਵੇ ਤੇ ਕਹਿ ਦਿੰਦੇ ਹਾਂ ਕਿ ਆਹ ਅਫਸਰ ਪਹਿਲੇ ਨਾਲੋਂ ਚੰਗਾ ਆਇਆ ਜਾਂ ਮਾੜਾ, ਮਤਲਬ ਉਹਦੇ ਵਿੱਚ ਕੁਝ ਚੇਂਜ ਕੀਤੀ ਗਈ ਹੈ। ਕਿ ਕੁਦਰਤ 'ਚ ਕੁਝ ਇੱਦਾਂ ਦਾ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਇਹਨੂੰ ਹੋਰ ਚਲਾ ਸਕੇ?
कोई इदां दी कोई हस्ती है जिहड़ा परमात्मा तो बिना इस नूं कंट्रोल कर सके? ਉਹਦੀ विचार सतगुरु गां पौड़ी च बख्शिश करते हैं। पौड़ी कहन लगे तेरे कीते काम, कहते हे पातशाह जिहड़े तू काम कीते होए ने ना, तू खंड ब्रह्मंड रचे होए ने, तू संसार रचिया होया है, तू इहदे विच जीव रचे होए ने, कल्ले रच के छड्ड नहीं दिते। याद रखियो ये पौड़ी वेखण नूं बड़ी सुखैन लगदी है, पर इहदे च सिद्धांत बड़ा लुकिया होया है। मनुख की करता है, एक चीज़ बना देंदा है, वो बना के दूसरी जगह ते छड्ड देंदा, आप किते है चीज़ किते पई हुई है। एक उदाहरण दे जाना, एक पेंटर पेंटिंग बनाउंदा है, उन्हें बड़ी सोहनी पेंटिंग बनाई, आप किते बैठा है, पेंटिंग किते है। उन्हें पेंटिंग दे विच कसर कोई नहीं छड्डी, पर वो पेंटिंग दे विच मौजूद नहीं है। परमात्मा इदां नहीं है, उन्हें जो भी रचिया है ना, याद रखियो परमात्मा उसे दे विच ही आप चौंकड़ा ला के बैठा होया है। वो तुसी पौड़ी पढ़ते जे आसा दी वार दी पहली कि आपी ने आप साजियो, आपी ने रचियो नाओ, दोई कुदरत साजी है, कर आसन डिठो चाओ। तू आसन ला के उहदे विच बैठा है, बड़े चाह दे नाल बैठा, ते सारा कुछ उन्होंने कंट्रोल करी फिरदा है। असी हज़ारां पेंटिंगां बना दांगे, पर उन्हां दे विच आप नहीं रह सकते। पर याद रखियो परमात्मा ने पता नहीं, बाणी कहती है कोट ब्रह्मंड को ठाकुर स्वामी, किन्ने करोड़ां ही खंड ब्रह्मंड पैदा कीते ने, पर किते भी इहो जी थां नहीं जिथे तुसी कह नहीं सकते कि रब इत्थे मौजूद नहीं। जिथे भी परमात्मा ने कुछ भी पैदा किया है ना, चलो मैं शब्द ये तो साडी शब्दावली है, कुछ जिथे कुछ भी पैदा नहीं है परमात्मा तो उत्थे भी मौजूद है। परमात्मा हर थां दे उत्ते हाजिर नाजिर है। सतगुरु इत्थे कह लगे तेरे कीते काम, जो तू काम कीते ने ना, अगे शब्द है जी तुदै ही गोचरे, ये साडा पंजाबी दा शब्द है। गोचरे का अर्थ हुंदा वो काम जिहड़ा ओहो ही कर सकदा होवे। जिवें किसी भैन भरा नूं असीं कोई काम कहना होवे ना, पता है भी इहो कर सकदा, होर किसे को होना नहीं, आपां कहने भी तेरे गोचरे काम पै गया कोई। ये अक्सर मुहावरा वरतिया जाता। इहदा भाव है भी जिहड़ा काम मैं दसन लगा इनू तू ही कर सकदा है। हुण जो सृष्टि नूं साजिया है जां खंड ब्रह्मंड बनाए ने, सतगुरु कहन लगे ये तेरे ही गोचरे है, इनू तू ही कर सकदा है, तेरे तो बिना कोई होर इनू साँभ नहीं सकदा। ते अज तक ये भुलेखा पाया गया कि इस पृथ्वी नूं जिहड़ा है वो पैदा करन वाला कोई है, पालन वाला कोई है, नाश करन वाला कोई है। ये चीज़ां चलदियां आईयां ना, पर गुरु नानक साहब पातशाह महाराज जी ने दलील दी, कह लगे जे ये तीन ने, याद रखियो इन्हां तिन्नां दे मगर परम शक्ति काम करदी है, जिहड़ी इन्हां तिन्नां नूं प्रेरित करके ते गां काम कराउंदी पई है। किसी वेले मनुख दा मन नहीं मनदा, क्योंकि जिहड़ा माफ़ करना जिहड़ा मैं शब्द वरत देना, जिहड़ा धर्म दा कोड है लाउणा बड़ा औखा है। बाकी आम मनुख नूं तुसीं किसी गल ते समझा दोगे, समझना बड़ा औखा है। धर्म की दुनिया 'च बड़े मुश्किलां ने। उत्थे फिर जिहड़ा ये सतगुरु जदों दलील देंदे ने ते वो दलील दे के अगले नूं जिहड़ा वो लाजवाब कर देंदे ने। जदों ये गल सतगुरां ने कही, चलो मैं एक छोटी जी उदाहरण दे देना कि भलिया जिहड़ा इन्हां तिन्नां नूं चलाउण वाला है, सृष्टि नूं ये जे तीन चलाउंदे ने, तुसीं कहंदे जी इन्हां नूं चलाउण वाला मगर कोई बैठा है, कहन लगे जी वो कौन है? सतगुरु कह लगे परमात्मा। कहन लगे नहीं, सतगुरु कहते जे परमात्मा नहीं तो फिर मैनूं ये दस दो भी धरती हर किहदे आसरे है। हुण वो विचारे तीन ते एक पासे हो गए, वो कहते जी धरती एक चौथा हैगा वो बलद उहदे आसरे है। ये मैं दो पौड़ियां ने जपजी साहिब दियां वो साझियां कर देना। सतगुरु कहते तुहाडी दलील मान लैने भी धरती जिहड़ी बलद दे आसरे है, बलद दे चार पैर ने, वो भी विचारे खलोऊगा ही किसी जगह ते। अक्सर खलोण वास्ते उन्होंने भी तो थां चाहिए है ना, हवा च, वो भी नहीं खलो सकता। कहते जी वो किहदे आसरे खलोता है? बंदा जो भजदा भजे कित्थे भजदा, वो कहता जी वो थले एक होर धरती है। सतगुरु कहते तुहाडी गल फिर मानी जा सकती है भी बलद धरती ते खलोता होया है। फिर जिहड़ी वो बलद जिस धरती ते खलोता, वो धरती किहदे आसरे है?
ਉਹ ਕਹਿੰਦਾ ਜੀ ਫੇਰ ਬਲਦ ਹੈ। ਸਤਿਗੁਰੂ ਕਹਿੰਦੇ ਭੱਜੋ, ਕਿੱਥੇ ਭੱਜਣਾ, ਧਰਤੀ ਬਲਦ, ਧਰਤੀ ਬਲਦ, ਧਰਤੀ ਬਲਦ। ਜਦੋਂ ਕਿਸੇ ਪਾਸੇ ਵਾਹ ਪੇਸ਼ ਨਾ ਗਈ, ਸਤਿਗੁਰੂ ਕਹਿਣ ਲੱਗੇ ਮੈਨੂੰ ਅਖੀਰੀ ਧਰਤੀ ਦੱਸੋ ਕਿਹਦੇ ਆਸਰੇ? ਕਹਿੰਦੇ ਰੱਬ ਦੇ ਆਸਰੇ। ਸਤਿਗੁਰੂ ਕਹਿੰਦੇ ਪਹਿਲਾਂ ਹੀ ਕਹਿ ਦਿਓ, ਆਹ ਬਲਦ ਵਿੱਚ ਤੁਹਾਡਾ ਕਿੱਥੋਂ ਆ ਗਿਆ? ਵੀ ਜੇ ਰੱਬ ਦੇ ਆਸਰੇ ਉਹ ਪਹਿਲੀ ਧਰਤੀ ਕਹਿ ਦਿਓ, ਵਿੱਚ ਬਲਦ ਨੂੰ ਕਦ ਨਹੀਂ ਵਾੜੀ ਜਾਂਦੇ ਜੀ? ਉਹ ਅਸੀਂ ਪੌੜੀ ਪੜ੍ਹਦੇ ਹਾਂ ਜੀ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਹਿਣ ਲੱਗੇ ਇਹ ਅਸਲ ਦੇ ਵਿੱਚ ਪਰਮਾਤਮਾ ਨੇ ਇਹਨੂੰ ਇੱਕ ਨਿਯਮ ਬਣਾਇਆ ਹੋਇਆ ਹੈ। ਧਰਮ ਦਾ ਅਰਥ ਨਿਯਮ। ਉਹਦੇ ਆਸਰੇ ਇਹ ਧਰਤੀ ਟਿਕਾਈ ਹੋਈ ਹੈ। ਜਿਹੜੀ ਗੱਲ ਤੁਸੀਂ ਕਰਦੇ ਜੀ, ਇਹ ਅਗਲੀ ਇੱਕ ਪੌੜੀ ਹੋਰ ਅਸੀਂ ਪੜ੍ਹਦੇ ਹਾਂ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤੁਸੀਂ ਕਹਿੰਦੇ ਜੀ ਇਹ ਤਿੰਨ ਯਾਦ ਰੱਖਿਓ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਹੁਣ ਉਹ ਵੇਂਦਾ, ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਬਹੁਤਾ ਇਹੋ ਵਿਡਾਣ ਮੈਂ ਕੀ ਕਰ ਸਕਦਾ? ਮੇਰੇ ਕਹਿਣ ਦਾ ਭਾਵ, ਸਤਿਗੁਰੂ ਕਹਿਣ ਲੱਗੇ ਹੇ ਮਾਲਕ, ਜੋ ਤੂੰ ਪੈਦਾ ਕੀਤਾ ਇਹ ਤੇਰੇ ਗੋਚਰੇ, ਇਹ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਤੇ ਯਾਦ ਰੱਖਿਓ, ਚਲੋ ਕਿਸੇ ਦੇ ਨਾਲ ਸਾਡਾ ਕੋਈ ਇਹੋ ਜਿਹਾ ਮਸਲਾ ਨਹੀਂ ਹੁੰਦਾ, ਪਰ ਇੱਕ ਗੱਲ ਦੀ ਸੱਚਾਈ ਹੈ, ਤੁਸੀਂ ਹਿੰਦੂ ਮੈਥੋਲੋਜੀ ਨੂੰ ਜਿੰਨਾ ਵੀ ਪੜ੍ਹੋਗੇ ਉਹਦੇ 'ਚ ਦੋ ਚੀਜ਼ਾਂ ਮਿਲਦੀਆਂ ਨੇ, ਇੱਕ ਸ਼ਰਾਪ ਮਿਲਦਾ ਹੈ, ਇੱਕ ਵਰ ਮਿਲਦਾ ਹੈ। ਮੈਂ ਇੱਕੋ ਹੀ ਦਲੀਲ ਦੇਣਾ ਹੁੰਨਾ, ਤੁਸੀਂ ਖੁਦ ਬੱਚਿਆਂ ਵਾਲੇ ਜੇ। ਕਿਹੜੀ ਮਾਂ ਕਿਹੜਾ ਬਾਪ ਆਪਣੇ ਬੱਚੇ ਨੂੰ ਵੱਧ ਦਵਾਈਆਂ ਦਿੰਦਾ ਹੈ? ਕੋਈ ਇਹੋ ਜਿਹੀ ਮਾਂ ਵਿਖਾ ਦਿਓ ਪੱਥਰ ਦਿਲ ਜਿਹੜੀ ਬੱਚੇ ਨੂੰ ਵੱਧ ਦਵਾ ਦਿੰਦੀ ਹੋਵੇ। ਸਿਆਣੇ ਤਾਂ ਕਹਿੰਦੇ ਵੀ ਵੱਡਿਆਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਉਹ ਤੇ ਗਾਲਾਂ ਵੀ ਇਸ ਹਿਸਾਬ ਨਾਲ ਦਿੰਦੇ ਨੇ ਬੱਚੇ ਦੀ, ਉਹਦੇ ਵਿੱਚ ਵੀ ਪਰਵਰਿਸ਼ ਹੈ। ਜੇ ਇੱਕ ਮਾਂ ਨਹੀਂ ਮਾੜਾ ਸੋਚ ਸਕਦੀ ਬੱਚੇ ਦਾ, ਬਾਪ ਨਹੀਂ ਸੋਚ ਸਕਦਾ, ਤੇ ਪ੍ਰਮਾਤਮਾ ਯਾਦ ਰੱਖਿਓ ਉਹ ਸ਼ਰਾਪ ਦੇ ਦੂ, ਪ੍ਰਮਾਤਮਾ ਮਾੜਾ ਕਰ ਦੂ ਤੁਹਾਡਾ। ਇਹ ਇੱਕ ਵਹਿਮ ਪਾਏ ਗਏ। ਸਤਿਗੁਰੂ ਕਹਿਣ ਲੱਗੇ ਇਹ ਅਜੇ ਵਾਰ ਸ਼ਰਾਪ ਦੇ ਵਿੱਚ ਉਲਝੇ ਨੇ। ਯਾਦ ਰੱਖਿਓ ਇਹਨਾਂ ਵਾਰ ਸ਼ਰਾਪਾਂ ਵਾਲਿਆਂ ਨੂੰ ਚਲਾਉਣ ਵਾਲਾ ਮਗਰ ਪ੍ਰਮਾਤਮਾ ਬੈਠਾ ਹੋਇਆ ਹੈ। ਇਸ ਕਰਕੇ ਇੱਥੇ ਅੱਜ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਪਾਤਸ਼ਾਹ ਜਿਹੜੇ ਕੰਮ ਤੂੰ ਕੀਤੇ ਨੇ ਇਹ ਤੈਨੂੰ ਹੀ ਫੱਬਦੇ ਨੇ, ਇਹ ਤੂੰ ਹੀ ਕਰ ਸਕਦਾ, ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ। ਅੱਗੇ ਕਹਿ ਲਗੇ ਸੋਈ ਵਰਤੈ ਜਗ, ਜੱਗ ਦੇ ਗੱਗੇ ਨੂੰ ਸਿਹਾਰੀ। ਇਹਦਾ ਅਰਥ ਕਰਾਂਗੇ ਜੱਗ ਦੇ ਵਿੱਚ, ਸੰਸਾਰ ਵਿੱਚ ਉਹ ਕੁਝ ਹੀ ਹੁੰਦਾ ਏ ਜੋ ਕੀਆ ਤੁਧ ਧੁਰੇ। ਧੁਰ ਦਾ ਅਰਥ ਧੁਰ ਦਰਗਾਹ ਤੋਂ। ਕਹਿਣ ਲੱਗੇ ਪਾਤਸ਼ਾਹ ਜੀਓ ਤੁਸੀਂ ਜੋ ਧੁਰ ਦਰਗਾਹ ਤੋਂ ਕਰਦੇ ਜੇ, ਜੋ ਤੁਹਾਡੀ ਦਰਗਾਹ ਤੋਂ ਹੁਕਮ ਹੁੰਦਾ ਏ ਸੰਸਾਰ 'ਚ ਉਹ ਨਿਯਮ ਹੀ ਲਾਗੂ ਹੁੰਦਾ ਏ। ਮਨੁੱਖ ਦੇ ਕਹਿਣ ਦੇ ਨਾਲ ਕੁਛ ਨਹੀਂ ਹੋ ਸਕਦਾ। ਮੈਂ ਇੱਥੇ ਇੱਕ ਬੇਨਤੀ ਕਰ ਦੇਣਾ, ਅਕਸਰ ਕਹਿੰਦਾ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਕੀਤਾ ਕਰਾਇਆ ਏ, ਬਾਣੀ ਕਹਿੰਦੀ ਹੈ ਕੋਈ ਕੁਛ ਨਹੀਂ ਕਰ ਸਕਦਾ। ਇਹ ਕੀਤੇ ਕਰਾਉਣ ਵਾਲੇ ਜਿਹੜੇ ਨੇ ਇਹ ਕੁਛ ਨਹੀਂ ਹੋਣਾ, ਉਹ ਹੈ ਜੋ ਪ੍ਰਮਾਤਮਾ ਨੇ ਚਾਹਣਾ ਹੈ। ਜੇ ਮਨੁੱਖ ਦੇ ਕੀਤੇ ਕੁਛ ਹੁੰਦਾ ਹੋਵੇ ਨਾ, ਅਸੀਂ ਸਕੇ ਭਰਾ ਨੂੰ ਰੋਟੀ ਨਾ ਖਾਣ ਦਈਏ। ਅੱਜ ਜੋ ਸਾਡੀ ਸੋਚ ਬਣ ਚੁੱਕੀ ਹੈ, ਖਾਸ ਕਰਕੇ ਜੋ ਸਾਡੀ ਪੰਜਾਬ ਦੀ ਹਿੰਦੁਸਤਾਨ ਦੀ ਸੋਚ ਹੈ ਨਾ, ਅਸੀਂ ਇਹ ਸ਼ਰੀਕ ਇਹਨੂੰ ਤਾਂ ਕਹਿੰਦੇ ਨੇ, ਅਸੀਂ ਭਰਾ ਨੂੰ ਭਰਾ ਨਹੀਂ ਜਰਦਾ ਪਿਆ, ਅੱਜ ਭੈਣ ਨੂੰ ਭੈਣ ਨਹੀਂ ਜਰਦੀ ਪਈ। ਜੇ ਮਨੁੱਖ ਦੇ ਹੱਥ 'ਚ ਕੀਤੇ ਕਰਾਉਣ ਦੇ ਵਾਲੇ ਹੁੰਦਾ, ਇਹ ਇੱਕ ਵਹਿਮ ਹੈ ਬਸ। ਉਹ ਕਰਨ ਕਰਾਉਣ ਵਾਲੇ ਤੁਸੀਂ ਕਹਿੰਦੇ ਜੇ ਸਾਡੇ ਤੇ ਕਰਤਾ, ਦੂਜਾ ਕਹਿੰਦਾ ਜੀ ਮੇਰੇ ਤੇ ਹੋ ਗਿਆ। ਉਹ ਅਗਲਾ ਜਿਹੜਾ ਬੈਠਾ ਹੁੰਦਾ ਉਹ ਤੁਹਾਨੂੰ ਪਾਣੀ 'ਚ ਫੂਕਾ ਮਾਰ ਕੇ ਲੁੱਟੀ ਜਾਂਦਾ, ਉਹਦਾ ਕਾਰੋਬਾਰ ਚੱਲਦਾ। ਇਸ ਤੋਂ ਵੱਧ ਹੋਰ ਕੁਛ ਨਹੀਂ ਹੈ। ਇਹ ਕੇਵਲ ਤੇ ਕੇਵਲ ਇੱਦਾਂ ਦੇ ਵਹਿਮ ਪਾਏ ਜਾਂਦੇ ਨੇ। ਸਤਿਗੁਰੂ ਇੱਥੇ ਕਹਿਣ ਲੱਗੇ ਪਾਤਸ਼ਾਹ ਹੁੰਦਾ ਉਹ ਹੈ ਜੋ ਤੂੰ ਧੁਰ ਦਰਗਾਹ ਦੇ ਵਿੱਚੋਂ ਕਰਦਾ ਹੈ, ਸੋਈ ਵਰਤੈ ਜਗ ਜੇ ਕੀਆ ਤੁਧ ਧੁਰੇ। ਅੱਗੇ ਕਹਿ ਲਗੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆ। ਇਸ ਪੰਕਤੀ ਨੂੰ ਥੋੜਾ ਜਿਹਾ ਆਪਾਂ ਸਮਝ ਲਈਏ। ਬਿਸਮ ਅਤੇ ਬਿਸਮਾਦ ਜਿਹੜੇ ਨੇ, ਇਹਨਾਂ ਦੋਵਾਂ ਸ਼ਬਦਾਂ ਦਾ ਜੇ ਲਫ਼ਜ਼ੀ ਅਰਥ ਕਰੋਗੇ ਤੇ ਉਹ ਹੈਰਾਨੀਜਨਕ ਹੈ। ਇਹਦੇ ਵਾਸਤੇ ਇੱਕ ਸ਼ਬਦ ਅਚਰਜ ਵਰਤਿਆ ਜਾਂਦਾ ਹੈ, ਪਰ ਇੱਥੇ ਦੋ ਵਾਰ ਸਤਿਗੁਰਾਂ ਨੇ ਕਹਿ ਦਿੱਤਾ ਬਿਸਮ ਭਏ ਬਿਸਮਾਦ। ਬਿਸਮ ਦਾ ਅਰਥ ਵੀ ਹੈਰਾਨੀ ਕੀਤਾ ਹੈ ਵਿਦਵਾਨਾਂ ਨੇ, ਤੇ ਬਿਸਮਾਦ ਦਾ ਅਰਥ ਵੀ ਹੈਰਾਨੀ ਕੀਤਾ ਹੈ। ਤੇ ਮੈਂ ਪੜ੍ਹ ਰਿਹਾ ਸਾਂ ਵਿਦਵਾਨਾਂ ਨੂੰ, ਇਹ ਉਹਨਾਂ ਨੇ ਇੰਨੀ ਕੁ ਗੱਲ ਕਹਿ ਕੇ ਇਸ ਪੰਕਤੀ ਦੀ ਵਿਚਾਰ ਅੱਗੇ ਤੋਰ ਦਿੱਤੀ ਕਿ ਕੁਦਰਤ ਤੇਰੀ ਆ, ਤੇਰੀ ਕੁਦਰਤ ਨੂੰ ਵੇਖ ਕੇ ਮਨੁੱਖ ਹੈਰਾਨ ਹੋ ਰਿਹਾ ਹੈ। ਪਰ ਇੱਕ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਜੇ, ਯਾਦ ਰੱਖਿਓ ਗੁਰਬਾਣੀ ਦੇ ਵਿੱਚ, ਗੁਰਮਤ ਦੇ ਵਿੱਚ ਇੱਕ ਵਿਸਮਾਦ ਅਵਸਥਾ ਵੀ ਹੈ। ਇੱਕ ਵਿਸਮਾਦ ਦੀ ਅਵਸਥਾ ਵੀ ਹੈ ਜਿਹੜੀ ਪ੍ਰਮਾਤਮਾ ਨੇ ਜਿਹੜੀ ਕਿਸੇ ਦੀ ਝੋਲੀ ਦੇ ਵਿੱਚ ਪਾਈ ਹੋਈ ਹੈ। ਮੈਂ ਉਹਦੇ ਪਰਥਾਏ ਇੱਕ ਦੋ ਪ੍ਰਮਾਣ ਦੇ ਦੇਣਾ। ਇੱਕ ਗੱਲ ਯਾਦ ਰੱਖਿਓ
पहले बिस्म का आप अर्थ करांगे हैरान। ये वैसे अनवे अर्थ करांगे। अनवे का अर्थ होंदा पिछले अखरां नूं पहलां चुक के करने। देख कुदरत तेरिया पातशाह, तेरी कुदरत नूं वेख के जो तू रचिया होया है ना, जो तू रचिया उन्होंने वेख के मैं हैरान हुन्ना हाँ। इदा अर्थ होणगे। बिस्म भय बिस्माद, ये अर्थ होणगे देख कुदरत तेरिया बिस्म भय बिस्माद। मैं पंक्ति नहीं बदल लिया, सिर्फ अर्थ समझने वास्ते। तेरी कुदरत नूं वेख के हैरान हुन्ना हाँ, जो हैरानी वाले कौतुक तेरी कुदरत च वेखदा हाँ, तो सतगुरु कह लगे फिर मैं विस्माद दे विच चलिया जाना हाँ। विस्माद एक अवस्था है, याद रखियो। इनू मैं होर थोड़ा समझा देना। कोई चीज़ तुसी खांदे जे, किसी दूसरी प्लेस के उत्ते किसी दूसरी जगह पर जाते जे, हरेक चीज़ दी आपो अपनी चीज़ां जगह दी चीज़ां मशहूर ने, तुसी उहदे बारे सुनिया पर कभी खाधी नहीं सी। अज खा ली, जो खा के उहदा स्वाद जुबान नूं लगदा है तो बंदा हैरान हुंदा है, अच्छा आ चीज़ इन्नी स्वाद है, वो बिस्म है। खाण तो बाद स्वाद लगन तो बाद जिहड़ा मन नूं आनंद आउंदा है ना, जिथे बंदा अश करके उठदा वाह कहिंदा है, वो बिस्माद अवस्था है। उस आनंद नूं माणिया, खाधा तो दंदां ने चबाया तो स्वाद तो जिहड़ा है वो जुबान लै गई। जुबान स्वाद लैंदी है ना, साडी समुची बॉडी दे विचों सिर्फ एक इन्ना क टुकड़ा है जिहड़ा स्वाद मानदा, ते बंदा इहदे उम्र इहदे पिछे सारी उम्र कढ दिंदा। स्किन होर किते वो नहीं स्वाद चैक कर सकदी। जुबान ने स्वाद लै लिया पर आनंद जिहड़ा वो मगर मन मानदा पिया है। मैं कुछ साल पहला फलानी जगह तो आ चीज़ खाधी सी, उहदा स्वाद जुबान ने उदों दे के ते अगले कुछ घड़ियां बाद खत्म हो गया, पर मन दे विच आनंद अजे भी सेव है कि वाकई इदां दी वो चीज़ सी। ਇਹਦਾ अर्थ हो गया जिहड़ी चीज़ खाधी है वो बिस्म है, बाद जिहड़ा उहदा आनंद है वो बिस्माद है। सिर्फ समझण वास्ते सतगुरु कह लगे तेरी कुदरत जो हैरानी करने वाले मैं कौतुक देखदा हाँ, वो हैरान कर देंदे ने, ये बिस्म है। पर जो हैरान करके मैं तेरे चरनां दे नाल जुड़दा हाँ तो मैनूं वो अवस्था पैदा हुंदी है जिहदे विच जाके इस सारे फलसफे की समझ लगदी है। एक तुसीं आसा दी वार दा श्लोक पढ़दे जी, विस्माद नाद, विस्माद वेद, विस्माद जी, विस्माद भेद, विस्माद रूप, विस्माद रंग, विस्माद नांगे फिर जंत, विस्माद पाउण, विस्माद पानी, विस्माद खेडें, अग्नि वडाणी, विस्माद धरती, विस्माद खाणी। कहणगे ये सारा कुछ विस्माद दे विच जा रहा है। जो इन्हां चीज़ों मैं देखदा ये सारा कुछ विस्माद दे विच जा रहा है, तो मैं उदों अर्ज भी की सी इस विस्माद की अवस्था की। सिर्फ मैं ट्यूक दे देना, अखीर ते सतगुरु कह लगे कि पातशाह ये वेख विडान रहा विस्माद। उत्थे भी इहो सेम अर्थ ढुकणगे। कह लगे आ जिहड़ा तेरा खलारा पसारा पसरिया होया ना, इनू वेख के मैं विस्माद दे विच जा रहा हाँ, पर इस विस्माद नूं हर कोई नहीं मान सकदा। नानक बुझण पूरा भाग इस विस्माद नूं मान हो सकता है जिहदे उत्ते तू किरपा करदा, जिहदे तुर तो पूरे भाग जाग पैंदे ने। इस करके किसी चीज़ नूं वेख के हैरान होना एक सुभावक गल है, बस उस हैरानी दे विचों विस्माद नूं जिहड़ा मनना ये एक गुरमत इनू अवस्था मनदी है। सो इस करके सतगुरु इत्थे कह लगे बिस्म भए बिस्माद पातशाह, जिहड़ी तेरी कुदरत साजी हुई है ना, जो तू रचिया है देख कुदरत तेरी है, उन्होंने मैं वेख के हैरान हुन्ना पिया हाँ। याद रखियो कुछ थावां ते चलो आप कोई चीज़ सुट्टदे हैं थल्ले नूं, ग्रैविटी है वो थल्ले आउंदी है। कुछ थावां ते एक शायद ये अमेरिका दे विच कि किसी जगह ते प्लेस भी उत्थे चढ़ाई नूं पछां नूं चीज़ जांदी है, वैसे चढ़ाई तो ठां नूं बोतल सुट्टीए जां आउंदी है। मैं यूट्यूब ते वेखिया सी, उत्थे तुसीं गड्डी न्यूट्रल करके रख दिओ ना, जां कोई बोतल रख दो, वो तराई तो थल्ले आउण दी बजाय चढ़ाई तो थल्ले आउण दी तां नूं चढ़दी है, उहदी ग्रैविटी तां नूं है। ये कुदरत है। ये एक इदां दी कई चीज़ां तुहानूं यूट्यूब दे उत्ते कुदरत दे विच वेखण नूं मिल जाणगीआं। तो मैं सोचदा ना जे किते वो साडे इत्थे हिंदुस्तान च हुंदी होण नूं असीं गुरद्वारा खिच साहब बनाया होना सी, उत्थे मत्था टेकना सी भी बाबे दी बड़ी किरपा जी इत्थे ही हुंदी है। जिवें साडे प्रचारक कहिंदे ना जी इत्थे शक्ति है, वो शक्ति नहीं भरावा, उहदे पिछे कारण है। साइंस दीआं किताबां खोल के वेख ला कारण की है। हुण एक थां इहो जिहा जिथे पानी गर्म निकलदा है, माफ़ करना उत्थे असीं गुरुद्वारा बनाया होया, इतिहास उत्थों का कोई नहीं है। इशारा मेरा समझ गए होगे, कईयां नूं पचना नहीं, मणीकरण की गल करदा मैं। उहदा तुसीं जे हिस्टोरीकल देखोगे उहदा लिंक नहीं जुड़दा,
पर उत्थे बनाया जी उत्थे गर्म पानी है, ये तो धरती का टुकड़ा है। तुसी इत्थे ट्यूबवैल का बोर करदे जे किते ठंडा निकलता पानी, किते गर्म निकलता है। कल्ला मणिकरनी तुसी गूगल मैप खोलोगे कई थावां ते तुहानूं गर्म ते कई थावां ते ठंडा पानी ने। हुण जिथों तेल निकलदा उत्थे किहड़ा बाबा बह गया, अपने नहीं निकलता दुबई, उधर तो सारा तेल निकलता, उत्थे फिर तेल वाले बाबे कोई नप दिओ। सो ये एक कुदरत है, कुदरत नूं सानूं समझना पवेगा। जे तुसी शक्तियां दे नाल जोड़ दिता ना तो याद रखियो ये बाणी दे अर्थ करने बड़े औखे हो जाने ने सानूं। सतगुरु कह लगे ये तेरे हैरानी करने वाले कौतुक देखते हैं, ये हैरानी है भी मैं इत्थे बोर करन दिया तो मैनूं पानी मिल रहा है, एक दूसरे देश दे विच कोई जमीन च वो भी बोर करे उन्होंने तेल मिल रहा है, किसी को कोला मिल रहा, किसी को सोना मिल रहा, किसी को कोई धात मिलती पई, निकल तो सारा कुछ जमीन चो रहा है। ये परमात्मा की कुदरत है। इनू वेख के फिर जो मनुख विस्माद च जाता, वो एक अवस्था है, कह लगे बिस्म भये विस्माद, हैरानी करने वाले तेरे कौतुक वेख के मैं विस्माद च चलिया जाना हाँ। कदों देख कुदरत तेरी आ, जदों तेरी कुदरत नूं तकदा हाँ वेखदा हाँ। अगे कह लगे शरण परे तेरी दास कारगत होए मेरी आ। कह लगे पातशाह मैं तेरे चरणों के विच आया, तू रहमत कर मेरी किते उच्ची अवस्था बन जाए, मैनू इस गल का पता लग जाए कुदरत की है, परमात्मा की है, तो याद रखियो सिद्धांत की है। मैं बड़ी बारी रौला पाउंदा ना, सानू सिद्धांत की लोड़ है। असी कला इतिहास पढ़ के, असी कलियां किताबां पढ़ के गुरमत के बारे कोई अखीरी स्टेटमेंट नहीं कदी दे सकते। तुसी अज गुरु नानक साहब का फलसफा पढ़ो, दूसरे पासे जो साडा पुजारी वर्ग चल रहा है इनू पढ़ो तो जमीन आसमान का अंतर आ रहा है। अज बहुत सारे इहो जे सिद्धांत ने जिन्होंने सिद्धांतों तो असी उल्ट होके ते उन्हां थावां ते ही आ रहे हैं। मेरी कल गल भी हो रही सी, डॉक्टर अपने साबर साहब नाल उन्हां नाल गल हो रही सी, अकाल तख्त ते मीटिंग हुई आ पिछे जिहड़ा रौला पिया तुहाडे बेंचां दा, वो चलो वो ठीक है साडी ट्यूनिंग रलदी है। मैनूं कह रहे सन डॉक्टर साहब कहन लगे कि बाबा जी मैं उन्होंने इक्को गल कही कि गुरमत का फलसफा कुछ कहंदा है तो तुहाडा पुजारीवाद कुछ कहंदा है। ये चीज़ां दियां सच्चाइयां ने। असी गुरमत नूं एक जिवें पुजारी करदा सी ना भी इत्थे शक्ति इत्थे, असी गुरमत नूं उत्थे लिया के रख दिता। सतगुरु कहंदे नहीं, कहंदे मैं इन्हां चीज़ां दे विच नहीं फसिया, तू मेरे ते किरपा कर, मेरे ते इन्नी क रहमत कर, तेरी शरण च आया, मेरा आ दिमाग खुल जावे जिन्हों विवेक बुद्धि कहंदी है, वो मैनूं विवेक बुद्धि दे, मैनूं पता लग जावे रहमत कित्थे तेरी है ते कुदरत दे विच ताकत तू कित्थे टिकाई हुई है। कह लगे शरण परे तेरी दास, तेरी शरण दे विच मैं तेरा दास बन के आया हाँ। कारगत, गत दा अर्थ हुंदा उच्ची अवस्था, कारगत होए मेरी आ, मैनू इन्नी क मत दे दे तां जो मैं सही गलत का फैसला कर सकां। असी मत दे अर्थ, गत दे अर्थ भी वो अवस्था कर दी जिहदे बारे कईयां नूं पता ही नहीं। बस साडे प्रचारक आउंदे ने, असी बोल के चले जाने जी रब ताकत दिंदा। किहड़ी ताकत दिंदा? तुसी रोज़ अरदास करदे जे सिखां दा मन नीवा मत उच्ची। मत उच्ची करनी है तुहानूं पढ़ना पवेगा, तो पढ़ाई नाल ते साडा शुरू तो वैर, खास करके पंजाब दा पढ़ के ते असी राजी कोई नहीं। याद रखियो जिन्ना चिर नॉलेज की घाट होवेगी धर्म के नाँ के उत्ते पहलां भी लुटिया जांदा सी, अज भी लुटिया जाएगा। सतगुरु कहंदे इहो जी मत दे। तुसी देखो ये बाल बोध की जिहड़ी मर्यादा गुरु अंगद देव महाराज जी शुरू करते हैं, क्यों की जाती? अज भी खडूर साहब जाओ, वो उत्थे बगैता पई हुई है 35, उत्थे जिन्हां बच्चों नहीं पंजाबी च मुश्किल आउंदी वो लिखते हैं, चलो बख्शिश है। वो इसे करके है भलिया तू दुनियावी विद्या भी ग्रहण करी, तेनू पता लगे। याद रखियो गुरु घर दे विच, गुरु दरबार दे विच, खालसा दरबार दे विच पढ़े लिखे लोग हुंदे सन। मैं एक उदाहरण दे के वापस आ जाना, समा मेरे को बहुत थोड़ा। हरी सिंह नलूआ याद रखियो बड़ा तगड़ा जरनैल, दुनिया के जो जरनैलों की गल चलती है पहले नंबर पर आया आल वर्ल्ड का, तो वो बारे एक पक्ष शायद आपनू पता ना होवे। वो जिन्ना तगड़ा जरनैल सी ना उन्नी उहदे कोल नॉलेज सी। जो अंग्रेज़ों के नाल संधियां होंदियां ने, गलबात होंदी है, उत्थे हरी सिंह नलूआ जाता है। महाराजा रणजीत सिंह नूं अंग्रेजी तो आउंदी कोई नहीं। हरी सिंह नलूआ फराटेदार उदों अंग्रेजी बोलदा सी। महाराजा रणजीत सिंह के समय का सिस्टम बड़ा वधिया सी। असी अज इन्ना क गर्क करके रख दिता, मैनूं कहण दी लोड़ नहीं, साडे सामने है सारा कुछ। असी इन्ना फिर उत्थे लिया के वाड़ दिता।
भी नहीं जी ये तो मैं पिछले दिनों च ये तो इदा नहीं, इदा की कोई गल नहीं। सतगुरु कह लगे मैनू इहो जी दात दे दे, मेरी उच्ची अवस्था बन जाए, मैनू चंगे माड़े की परख हो जाए। चलो इत्थे एक अज दे नाल संबंधित मैं उदाहरण भी दे देना, मैनू संगतां वालों हुक्म भी होया है। अज गुरु हरकृष्ण साहब पातशाह जी का ज्योति जोत गुरु तेग बहादुर साहब का गुरता गद्दी दिवस है। गुरु हरकृष्ण साहब पातशाह जी दिल्ली ने, याद रखियो इतिहास कहता है गुरु तेग बहादुर साहब पातशाह महाराज जी दिल्ली मिलते हैं गुरु हरकृष्ण साहब नूं। उत्थे जिथे अज गुरुद्वारा बंगला साहब, इत्थे कुछ 3 दिन गुरु साहब रुकते हैं गुरु तेग बहादुर साहब गुरु बन तो पहला। इत्थे कुछ विचारां हुंदियां ने, आखिर गुरु तेग बहादुर साहब जी वापस परत के बकाले की धरती ते टिक जाते हैं। समा पा के इधर एक सिख है भाई मक्खन शाह लुबाना, ये व्यापारी से, ये जहाज सन अपने, यदा बेड़ा डुब गया जी पानी दे विच। इन्हें फिर अरदास की सी उस वेले, पातशाह कृपा करें मेरा बेड़ा बन्ने ला। ये गुरु घर दे पहला जुड़िया होया सी, उस वेले की गल नहीं, ये पुराना सिख है पढ़िए तो। ये दसवंध लैके आउंदा सी, मैं तेरे चरणों च दसवंध लैके हाजिर होवांगा, तू मेरे ते कृपा कर, ये डुबदा बेड़ा हुण तू बन्ने लाउणा है। ते उदों याद रखियो जो इहदा जहाज डुब रहा सी ते इहदे पायलट ने यह गल बिल्कुल कह दी सी, कहन लगा बेड़े नूं कोई नहीं बचा सकदा, माल भी डुबेगा असी भी डुबांगे, ना माल बचना है ना असी बचना है। मक्खन शाह उदों कहंदा सी मैं भी बचांगा, माल भी बचेगा, तुसी भी बचांगे। बह के चौंकड़ा मार के जपजी साहब का पाठ करके अरदास की इन्हें, इहदा बेड़ा पार होया, दिल्ली पहुंचा। ये सामने गुरु हरकृष्ण साहब पातशाह जी, कुछ विद्वान लिखते हैं ये सामने गुरु हरकृष्ण साहब पातशाह महाराज जी प्रॉपर प्याना करते हैं। गुरु ये मार्च की गल, चलो हुण तरीका बदलियां जांदियां ने। जो गुरु हरकृष्ण साहब पातशाह जी प्रॉपर प्याना करते हैं, उत्थे बचन हुंदे ने कि बाबा वसे ग्राम बकाले बन गुर संगत सकल संभाले। इत्थों फिर भाई मक्खन शाह लुबाना इहदा परिवार नाल है, क्योंकि धनाड़ सिख सी। बाकी दे उत्थे जिन्ने सिख सन गुरु हरकृष्ण साहब पातशाह महाराज जी का 10वां करके सारा क्रिया कर्म करके उत्थों तुरदियां नूं बाबे बकाले पहुँचदिया दिल्ली तो इन्हों 5 महीने का समा लगता है। वेखो तुसी मार्च तो तुरते हैं, मार्च च गुरु हरकृष्ण साहब पातशाह प्रॉपर प्याना करते हैं। अप्रैल मई जून जुलाई ते अगस्त दे विच आण के जिहड़ी घटना वापरदी है। पर जोत उदों टिक गई जो गुरु हरकृष्ण साहब पातशाह जी ने कह दिता कि बाबा वसे ग्राम बकाले। ये 5 महीनों का समा सी। इन्हां 5 महीनों के विच राम राइए, धीर मल्लीए, मीणे जिन्ने भी सन इन्होंने मंजियां ला लियां सन बाबे बकाले की धरती से। इन्हां दी गिनती 22 हो गई सी। इन्हों इन्ना समा मिलिया सी। अज वर्गा सोशल मीडिया तो युग ही नहीं, आपां वाचदे नहीं ना। उदों ये इन्ना संचार नहीं सी, फोन करता आ काम हो गया तो तुसी गड्डी चढ़े पहुँच गए, नहीं। उदों खबर हौली हौली, ये 5 महीने का प्रोसैस सी पूरा। इन्होंने गद्दियां जमातियां अपने आप को गुरु साबित करता। इन्हों को टाइम मिल गया सी 5 महीने का। भाई मक्खन शाह जी आए, मैं गल नेड़े रखा, आन के वेखते हैं कि सारे पासे गुरु बनी फिरते हैं। पर याद रखियो भाई मक्खन शाह लुबाणे की जिहड़ी बिरती सी एक मक्खी की तरह की सी। मैं सिर्फ एक गुण लैन लगा मक्खी का। एक पासे तुसी मिठा रख दिओ, एक मासे मिठे की फोटो रख दिओ। मक्खी हमेशा मिठे ते जाके बहिंदी है, फोटोआं ते नहीं बहिंदी। सिख की बिरती इदां दी होवे वो फोटो नूं ते सच नूं पछाण सके। सारे पासे भाई मक्खन शाह जी गए, नहीं गल बनी। अखीर ते पता लगा गुरु तेग बहादुर साहब पातशाह जी दे कोल गए, जाके नमस्कार की। सतगुरां क्या भलिया वादा कुछ कीता सी, निभा कुछ रहा, गुरु घर दा दसवंध दे। उत्थे इन्हां ने जाके फिर पल्लू फेरिया सी। पल्लू अगस्त च फिरदा है। गुरु लादोरे ये भाई मक्खन शाह लुबाणे ने गुरु तेग बहादुर साहब महाराज जी नूं प्रगट कीता सी। अज सिख दी वो बिरती नहीं। अज साडे कोल इन्नी पहचान नहीं हुंदी कि सच्चा गुरु किहड़ा, झूठा गुरु किहड़ा है। असी केवल ते केवल गल दे विच पाए होए चिट्टे परने ते चिट्टे कपड़ियां नूं ही मत्था टेकदे। ये एक कौड़ी सच्चाई है। मैं बड़ी वार इहो जे थावां ते हैरान हुंदा। साडा जिहड़ा वर्ग, नौजवान वर्ग मेरे हान दा पढ़िया लिखिया कालजां दे विच, यूनीवर्सिटियां दे विच, वो भी जाके जो इहो जे बाबियां ते मत्था टेकदा ते मैं सोचदा हुंदा भलिया तू किताबां दे विच एवें मत्था मारदा रहा। एक उदाहरण दे के मैं विचार वाला आवां। एक साइंस दी मैडम जे करवा चौथ का वर्त रखे, फब्बदी नहीं ना गल। बच्चों को कुछ पढ़ा रही है चंद के बारे, घर दे विच कुछ कहंदी है तेरा मामा है।
ਇਹ ਸਾਨੂੰ ਸੋਚਣਾ ਪਵੇਗਾ ਵੀ ਯੂਨੀਵਰਸਿਟੀ ਵਾਲੇ ਗਲਤ ਸਨ ਵੀ ਟੱਬਰਾਂ ਨੂੰ ਕਿਹੜੇ ਚੱਕਰਾਂ 'ਚ ਪਾ ਰਹੇ ਜੀ। ਇਹ ਚੀਜ਼ਾਂ ਤੁਹਾਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ। ਜਾਂ ਤੇ ਇੱਕ ਪੜ੍ਹਾਈ ਵਾਲੇ ਪਾਸੇ ਹੋ ਜਾਓ, ਜਾਂ ਤੇ ਅੱਖਾਂ ਤੇ ਪੱਟੀ ਬੰਨ੍ਹ ਦਿਓ, ਜਾਂ ਪੜ੍ਹ ਲਿਆ ਉਹਨੂੰ ਪ੍ਰੈਕਟੀਕਲ ਕਰਕੇ ਤੇ ਉਹਨੂੰ ਜੀਵਨ 'ਚ ਬਣਾ ਲਓ। ਸਿੱਖ ਜਿਹੜਾ ਪ੍ਰੈਕਟੀਕਲ ਜੀਵਨ ਨੂੰ ਮੰਨਦਾ ਹੈ, ਮੱਖੀ ਫੋਟੋਆਂ ਤੇ ਨਹੀਂ ਬਹਿੰਦੀ। ਯਾਦ ਰੱਖਿਓ, ਸਿੱਖ ਅੱਖਾਂ ਮੀਟ ਕੇ ਕਦੀ ਭਰੋਸਾ ਨਹੀਂ ਕਰਦਾ। ਸਿੱਖ ਗੁਰੂ ਦੇ ਸਿਧਾਂਤ ਨੂੰ ਦੇਖਦਾ ਹੈ, ਪੁੜ ਚੋਲਦਾ। ਬੜਾ ਲੰਮਾ ਸਿਧਾਂਤ ਹੈ ਇਹਦਾ, ਚਲੋ ਮੈਂ ਕੁਝ ਚੀਜ਼ਾਂ ਵਿਸਾਖੀ ਤੇ ਵੀ ਅਰਜ਼ ਕਰਾਂਗਾ, ਮੇਰੇ ਕੋਲ ਇਸ ਵੇਲੇ ਸਮਾਂ ਨਹੀਂ। ਪਰ ਯਾਦ ਰੱਖਿਓ, ਸਿੱਖ ਕਦੀ ਮੱਖੀ ਤੇ ਮੱਖੀ ਨਹੀਂ ਮਾਰਦਾ। ਇੱਥੇ ਗੱਲ ਇਹੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ ਮਾਲਕ ਮੈਨੂੰ ਕਿਰਪਾ ਕਰਕੇ ਇੰਨੀ ਕੁ ਦਾਤ ਦੇ ਦੇ। ਸਾਡੇ ਕੋਲ ਇੱਕ ਸਰੋਵਰ ਵੀ ਹੈ ਵਿਵੇਕਸਰ। ਉਹਦਾ ਭਾਵ ਇਹ ਸੀ ਤੈਨੂੰ ਚੇਤਾ ਰਵੇ ਕਿ ਤੂੰ ਵਿਵੇਕ ਬੁੱਧੀ ਲੈਣੀ ਹੈ, ਕਿਤੇ ਅੱਖਾਂ ਮੀਟ ਕੇ ਇਹ ਨਾ ਹੋਵੇ ਵੀ ਇੱਥੇ ਵੀ ਮੱਥਾ ਰਗੜਿਆ, ਇੱਥੇ ਵੀ ਰਗੜਿਆ, ਇੱਥੇ ਵੀ ਰਗੜਿਆ। ਯਾਦ ਰੱਖਿਓ, ਅੱਜ ਵੀ ਕਈ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਾਂਗ ਗ੍ਰੰਥ ਰੱਖ ਕੇ ਮੱਥਾ ਟੇਕਿਆ ਜਾਂਦੇ ਨੇ। ਰੁਮਾਲਾ ਪਿਆ, ਤੁਹਾਨੂੰ ਕੀ ਪਤਾ ਥੱਲੇ ਕੀ ਪ੍ਰਕਾਸ਼ ਹੈ? ਚੁੱਕਣਾ ਹੀ ਨਹੀਂ, ਸਾਨੂੰ ਲੋੜ ਹੀ ਕੋਈ ਨਹੀਂ। ਬਾਬੇ ਜੋ ਭਾਏ ਆਪਾਂ ਗੁਰਦੁਆਰੇ ਪਾਠ ਕਰਨਾ। ਯਾਦ ਰੱਖਿਓ, ਸਿਧਾਂਤ ਇਹ ਕਦੀ ਕੁਛ ਨਹੀਂ ਕਹਿੰਦਾ। ਤੁਸੀਂ ਵੇਖੋ ਮੱਥਾ ਟੇਕਣਾ ਕਿਹਨੂੰ ਹੈ। ਵੈਸੇ ਮੈਂ ਇਹ ਬੜੀਆਂ ਵਿਚਾਰਾਂ ਕੀਤੀਆਂ ਨੇ, ਗੱਲ ਨੇੜੇ ਰੱਖਾ। ਸਤਿਗੁਰੂ ਕਹਿੰਦੇ ਇਹੋ ਜਿਹੀ ਮੱਤ ਦੇ ਦੇ ਜਿਹਦੇ ਨਾਲ ਮੈਨੂੰ ਚੰਗੇ ਮਾੜੇ ਦੀ ਪਰਖ ਦਾ ਪਤਾ ਲੱਗ ਸਕੇ। ਇੱਕ ਮੈਨੂੰ ਇੰਨਾ ਪਤਾ ਲੱਗ ਸਕੇ ਸਹੀ ਕੀ ਹੈ, ਗਲਤ ਕੀ ਹੈ। ਮੈਂ ਤੇਰੀ ਸ਼ਰਨ 'ਚ ਆਇਆ, ਤੂੰ ਮੈਨੂੰ ਵਿਵੇਕ ਬੁੱਧੀ ਦੇ। ਗੁਰੂ ਉਹ ਹੀ ਹੈ ਨਾ ਜਿਹੜਾ ਅੰਦਰੋਂ ਅਗਿਆਨਤਾ ਕੱਢੇ। ਤੁਸੀਂ ਸਕੂਲ 'ਚ ਜਾਂਦੇ ਜੇ, ਤੇ ਜੇ ਸਕੂਲ 'ਚ ਜਾ ਕੇ ਟੀਚਰ ਵੀ ਤੁਹਾਨੂੰ ਕੁਝ ਸਿਖਾਵੇ ਨਾ, ਤਾਂ ਫਿਰ ਸਕੂਲ ਜਾਣ ਦਾ ਫਾਇਦਾ ਕੀ ਹੈ? ਜੇ ਗੁਰੂ ਘਰ ਆਣ ਕੇ ਵੀ ਤੁਸੀਂ ਅੰਨੀ ਸ਼ਰਧਾ ਰੱਖਣੀ ਹੈ, ਮੈਨੂੰ ਮਾफ़ ਕਰਨਾ, ਫਿਰ ਇੱਥੇ ਵੀ ਆਉਣ ਦਾ ਫਾਇਦਾ ਕੀ ਹੈ? ਇਹ ਗੁਰੂ ਨਾਨਕ ਸਾਹਿਬ ਦਾ ਘਰ ਇੱਦਾਂ ਦਾ ਨਹੀਂ ਹੈ। ਗੱਲ ਨੇੜੇ ਕਰਕੇ ਵਿਚਾਰ ਸਮਾਪਤੀ ਕਰ ਦੇਵਾਂ। ਸਤਿਗੁਰੂ ਕਹਿ ਲਗੇ, ਸ਼ਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀ ਆ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਤੂੰ ਰਹਿਮਤ ਕਰ, ਮੇਰੀ ਉੱਚੀ ਅਵਸਥਾ ਹੋ ਜਾਵੇ। ਤੇਰੇ ਹੱਥ ਨਿਧਾਨ, ਤੇਰੇ ਹੱਥ ਦੇ ਵਿੱਚ ਨਾਮ ਦਾ ਖਜ਼ਾਨਾ ਹੈ। ਭਾਵੈ ਤਿਸ ਦੇ ਜਿਹਦੇ ਉੱਤੇ ਤੂੰ ਪ੍ਰਸੰਨ ਹੁੰਨਾ, ਜਿਹੜਾ ਤੈਨੂੰ ਪਿਆਰਾ ਲੱਗਦਾ, ਭਾ ਜਾਂਦਾ, ਉਹਨੂੰ ਤੂੰ ਦੇ ਦੇਣਾ ਹੈ। ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲਹੇ। ਕਹਿਣ ਲੱਗੇ ਜਿਹਦੇ ਉੱਤੇ ਤੂੰ ਦਿਆਲੂ ਹੋ ਜਾਣਾ ਹੈ, ਉਹ ਪ੍ਰਮਾਤਮਾ ਦਾ ਨਾਮ ਲੈਂਦਾ ਹੈ। ਨਹੀਂ ਤੇ ਅਕਸਰ ਅਸੀਂ ਕਹਿ ਦਿੰਦੇ ਹਾਂ ਨਾਮ ਜਪਣ ਦੇ ਵਿੱਚ ਕੁਛ ਨਹੀਂ ਰੱਖਿਆ। ਕਹਿ ਦਿੰਦੇ ਹਾਂ ਨਾ ਵੀ ਜਦੋਂ ਉੱਠ ਕੇ ਗੱਲ ਬਾਨੀ ਕੋਈ ਨਹੀਂ। ਉਹ ਸਤਿਗੁਰੂ ਕਹਿ ਲਗੇ ਇਹ ਪ੍ਰਮਾਤਮਾ ਦੇ ਅਸਲ ਦੇ ਵਿੱਚ ਨਾਮ ਦੀ ਦਾਤ ਹੈ। ਜਿਹਨੂੰ ਉਹ ਦਿੰਦਾ ਉਹ ਪ੍ਰਾਪਤ ਕਰਦਾ ਹੈ। ਕਹਿਣ ਲੱਗੇ ਅਗੰਮ ਅਗੋਚਰ ਬੇਅੰਤ। ਅਗੰਮ ਕਹਿਣ ਲੱਗੇ ਤੇਰੇ ਤੱਕ ਗਮਨ ਨਹੀਂ ਕੀਤਾ ਜਾ ਸਕਦਾ, ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ ਤੇਰੇ ਤੱਕ ਇੰਦਰੀਆਂ ਨਹੀਂ ਜਾ ਸਕਦੀਆਂ। ਬੇਅੰਤ ਜਿਹੜਾ ਤੂੰ ਬੇਅੰਤ ਹੈ, ਤੇਰੀ ਹੱਦਬੰਦੀ ਨਹੀਂ ਕੀਤੀ ਜਾ ਸਕਦੀ। ਅੰਤ ਨਾ ਪਾਈ ਹੈ, ਕਿਸੇ ਵੀ ਤਰੀਕੇ ਦੇ ਨਾਲ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਅਖੀਰ ਤੇ ਕਹਿ ਲਗੇ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈਏ। ਹਾਂ, ਜਿਹਦੇ ਤੇ ਤੂੰ ਕਿਰਪਾਲੂ ਹੋ ਜਾਵੇਂ ਉਹ ਤੇਰਾ ਨਾਮ ਜਪਦਾ। ਬਾਕੀ ਅਸੀਂ ਆਉਂਦੇ ਹਾਂ, ਮਾफ़ ਕਰਨਾ, ਮੱਥਾ ਟੇਕਿਆ, ਕੜਾ ਲਿਆ ਤੇ ਘਰ ਚਲੇ ਗਏ। ਇਸ ਤੋਂ ਵੱਧ ਹੋਰ ਕੁਛ ਨਹੀਂ। ਸਤਿਗੁਰੂ ਕਹਿ ਲਗੇ ਜਿਹਦੇ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਹੈ, ਉਹਨੂੰ ਪ੍ਰਮਾਤਮਾ ਦੇ ਸਿਧਾਂਤ ਦਾ ਪਤਾ ਲੱਗਦਾ। ਮੈਂ ਸਮਾਪਤੀ ਕਰ ਦੇਵਾਂ। ਅੰਮ੍ਰਿਤ ਬਾਣੀ ਦਾ ਬਚਨ ਹੈ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਹਰ ਤਿਨਕਾ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਯਾਦ ਰੱਖਿਓ, ਜੇ ਸੁਣਨ ਦੇ ਨਾਲ ਹੀ ਸਾਨੂੰ ਅਕਲ ਆਉਂਦੀ। ਮਾफ़ ਕਰਨਾ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਬੜਾ ਪ੍ਰਚਾਰ ਕੀਤਾ ਜਾ ਰਿਹਾ। ਲਗਾਤਾਰ ਕਥਾ, ਲਗਾਤਾਰ ਪਾਠ, ਲਗਾਤਾਰ ਦੀਵਾਨ ਚੱਲ ਰਹੇ ਨੇ। ਸਾਡਾ ਅਜੇ ਵੀ ਦਿਮਾਗ ਦੇ ਦਰਵਾਜ਼ੇ ਬੰਦ ਨੇ। ਇਹ ਮਾਲਕ ਜੀ ਤੇ ਕਿਰਪਾ ਕਰੇ ਤੇ ਕਵਾੜ ਖੋਲ੍ਹਦੇ ਨੇ। ਨਹੀਂ ਤੇ ਅਸੀਂ ਜਿਵੇਂ ਕਿਸੇ ਦੁਕਾਨ ਤੇ ਗਏ, ਸੌਦਾ ਲੈ ਕੇ ਆ ਗਏ, ਇੱਦਾਂ ਹੀ ਗੁਰਦੁਆਰੇ ਗਏ, ਮੱਥਾ ਟੇਕਿਆ ਤੇ ਘਰ ਆ ਗਏ। ਸਤਿਗੁਰੂ ਕਹਿ ਲਗੇ ਜਿਹਦੇ ਤੇ ਤੂੰ ਕਿਰਪਾਲੂ ਨਾ ਹੈ, ਉਹਨੂੰ ਇਹ ਦਾਤ ਦੇ ਕੇ ਤੇ ਉਹ ਤੇਰੇ ਨਾਮ ਦੇ ਨਾਲ ਜੁੜਦਾ ਹੈ। ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈਐ। ਜਿਹਦੇ ਉੱਤੇ ਤੂੰ ਕਿਰਪਾਲ ਹੁੰਨਾ ਹੈ, ਉਹ ਮਨੁੱਖ ਹੀ ਨਾਮ ਧਿਆਉਂਦਾ। ਸੋ ਇਹ ਸੀ 11ਵੀਂ ਪੌੜੀ ਦੀ ਵਿਚਾਰ। ਸਮੁੱਚਾ ਤੱਤ ਭਾਵ ਇਹ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਜੀਵ ਵਿਸਮਾਦ ਦੇ ਵਿੱਚ ਜਾ ਕੇ ਇੱਕ ਦਿਨ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਤੇ ਸਤਿਗੁਰਾਂ ਨੇ ਸਲੋਕਾਂ 'ਚ ਕਿਹਾ ਸੀ, ਜੇ ਤੇਰੇ ਤੋਂ ਕੋਈ ਵਿਛੜ ਜਾਵੇ ਤੇ ਉਹਦਾ ਹਾਲ ਇੱਦਾਂ ਦਾ ਜਿਵੇਂ ਕੋਈ ਜੰਬੂਰਾਂ ਦੇ ਨਾਲ ਮਾਸ ਨੋਚਦਾ ਹੈ। ਗੁਰੂ ਰਹਿਮਤ ਕਰੇ ਅਸੀਂ ਸਿਧਾਂਤ ਨੂੰ ਸਮਝ ਕੇ ਤੇ ਪ੍ਰਮਾਤਮਾ ਦੇ ਨਾਲ ਜੁੜ ਸਕੀਏ। ਇੰਨੀਆਂ ਬੇਨਤੀਆਂ, ਪ੍ਰਵਾਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਅਗੰਮ ਅਗੋਚਰ ਬੇਅੰਤ, ਅੰਤ ਨਾ ਪਾਈਐ। ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।